बिस्मिल्लाहिर्रहमानिर्रहीम अस्सलाम वालेकुम व्यूअर्स की हाल ने उम्मीद है सारे ठीक होंगे। अल्लाह ताला सारिਆਂ ਨੂੰ ਆਪਣੇ ਘਰਾਂ 'ਚ ਖੁਸ਼ ਰੱਖੇ ਆਬਾਦ ਰੱਖੇ ਆਮੀਨ ਸੁਮਾ ਆਮੀਨ। ਇਹਦੇ व्यूअर्स ਅੱਜ ਬਹੁਤ ਹੀ ਫਾਇਦੇਮੰਦ ਜਿਹੜਾ ਵਾ ਇੱਕ ਨੁਸਖਾ ਤੁਹਾਡੇ ਲਈ ਲੈ ਕੇ ਆਏ ਆ। ਇਹਨੂੰ ਤੁਸੀਂ ਨੁਸਖਾ ਕਹਿ ਲਓ, ਇਹਨੂੰ ਤੁਸੀਂ ਰੈਸਿਪੀ ਕਹਿ ਲਓ, ਜੋ ਚੀਜ਼ ਮਰਜ਼ੀ ਕਹਿ ਲਓ, ਲੇਕਿਨ ਇਹ ਹੈ ਤੁਹਾਡੇ ਲਈ ਬਹੁਤ ਹੀ ਫਾਇਦੇ ਦਾ। ਖਾਸ ਕਰਕੇ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਹੁੰਦੇ ਨੇ ਉਹਨਾਂ ਵਾਸਤੇ, ਜਿਨ੍ਹਾਂ ਨੂੰ ਕਬਜ਼ ਰਹਿੰਦੀ ਹੈ ਸ਼ਦੀਦ ਕਿਸਮ ਦੀ ਉਹਨਾਂ ਵਾਸਤੇ, ਜਿਨ੍ਹਾਂ ਦੇ ਪੱਠਿਆਂ 'ਚ ਦਰਦ ਹੁੰਦਾ ਵਾ ਜਾਂ ਜਿਨ੍ਹਾਂ ਦਾ ਮੈਟਾਬੋਲਿਜ਼ਮ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ, ਅਤੇ ਵੱਡਿਆਂ ਛੋਟਿਆਂ ਨੂੰ ਸਭ ਨੂੰ ਕਬਜ਼ ਵਾਸਤੇ ਬਹੁਤ ਹੀ ਜ਼ਬਰਦਸਤੀ ਚੀਜ਼ ਆ। ਅਤੇ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਨਾ ਵਾ, ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵੀ ਇਹ ਸਾਰੇ ਮਸਲੇ ਹੱਲ ਹੋ ਜਾਣ, ਤਾਂ ਤੁਸੀਂ ਵੀਡੀਓ ਨੂੰ ਬਿਲਕੁਲ ਐਂਡ ਤੱਕ ਵਾਚ ਕਰਨਾ ਵਾ। ਅਤੇ ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ, ਅਤੇ ਵੀਡੀਓ ਜੇ ਅੱਛੀ ਲੱਗੇ ਤਾਂ ਲਾਈਕ ਵੀ ਕਰਿਆ ਜੇ ਅਤੇ ਸ਼ੇਅਰ ਵੀ ਕਰਿਆ ਜੇ। ਚਲੋ ਦੇਖਦੇ ਹਾਂ ਕਿ ਆਪਾਂ ਇਹਨੂੰ ਕਿਸ ਤਰੀਕੇ ਨਾਲ ਬਣਾਇਆ ਵਾ। ਸਭ ਤੋਂ ਵੱਡੀ ਗੱਲ ਇਹਦੇ ਨਾਲ ਜਿਹੜੀ ਆ ਤੁਹਾਡੇ ਜਿਸਮ ਦੀ ਅੰਦਰੂਨੀ ਬੈਰੂਨੀ ਖੁਸ਼ਕੀ ਵੀ ਖ਼ਤਮ ਹੋ ਜਾਏਗੀ। ਜਿਸ ਤਰ੍ਹਾਂ ਹੁਣ ਸਰਦੀਆਂ ਆ ਰਹੀਆਂ ਵਾ, ਬਹੁਤ ਜ਼ਿਆਦਾ ਕੁਝ ਲੋਕਾਂ ਦੀ ਜਿਹੜੀ ਸਕਿਨ ਆ ਡਰਾਈ ਹੋ ਜਾਂਦੀ ਆ, ਇਹ ਉਹਦੇ ਵਾਸਤੇ ਵੀ ਬਹੁਤ ਹੀ ਜ਼ਬਰਦਸਤ ਚੀਜ਼ ਆ। ਸਭ ਤੋਂ ਪਹਿਲੇ ਆਪਾਂ ਦੁੱਧ ਲੈ ਲਿਆ ਵਾ। ਇਹ ਮੇਰੇ ਕੋਲ ਤਕਰੀਬਨ ਅੱਧਾ ਕਿਲੋ ਦੁੱਧ ਆ। ਇਹਨੂੰ ਗਰਮ ਕਰਨ ਵਾਸਤੇ ਰੱਖਿਆ ਹੋਇਆ ਵਾ। ਜੇ ਤੁਹਾਡੇ ਕੋਲ ਬਿਲਕੁਲ ਕੱਚਾ ਦੁੱਧ ਹੋਵੇ ਤਾਂ ਤੁਸੀਂ ਉਹਨੂੰ ਫੁੱਲ ਇੱਕ ਦਫਾ ਬੋਆਇਲ ਕਰਕੇ ਅਤੇ ਫਿਰ ਉਹਦੇ ਵਿੱਚ ਚੀਜ਼ਾਂ ਸ਼ਾਮਿਲ ਕਰਨੀਆਂ ਵਾ ਜਿਹੜੀਆਂ ਮੈਂ ਅੱਗੇ ਜਾ ਕੇ ਸ਼ਾਮਿਲ ਕਰਾਂਗੀ। ਅਤੇ ਜੇ ਤੁਹਾਡੇ ਕੋਲ ਬੋਆਇਲ ਕੀਤਾ ਹੋਇਆ ਦੁੱਧ ਆ ਤਾਂ ਉਹਨੂੰ ਫਿਰ ਤੁਸੀਂ ਬਸ ਥੋੜ੍ਹਾ ਜਿਹਾ ਨੀਮ ਗਰਮ ਤੋਂ ਥੋੜ੍ਹਾ ਜਿਹਾ ਜ਼ਿਆਦਾ ਗਰਮ ਕਰ ਲਓ, ਅਤੇ ਉਸ ਤੋਂ ਬਾਅਦ ਉਹਦੇ ਵਿੱਚ ਉਹ ਚੀਜ਼ਾਂ ਤੁਸੀਂ ਸ਼ਾਮਿਲ ਕਰ ਦੇਣੀਆਂ ਵਾ। ਤੁਹਾਨੂੰ ਵਿਟਾਮਿਨ ਡੀ ਦੀ 'ਚ ਕਮੀ ਆ ਅਤੇ ਉਹ ਵੀ ਤੁਹਾਡੀ ਇਨਸ਼ਾ ਅੱਲਾਹ ਤਾਲਾ ਇਹਦੇ ਨਾਲ ਪੂਰੀ ਹੋ ਜਾਏਗੀ। ਬਹੁਤ ਹੀ ਜ਼ਬਰਦਸਤ ਚੀਜ਼ ਆ। ਦੁੱਧ ਦੇ ਵਿੱਚ ਕੈਲਸ਼ੀਅਮ ਹੁੰਦਾ ਵਾ, ਦੁੱਧ ਵੀ ਅੱਛੀ ਚੀਜ਼ ਆ। ਅਤੇ ਨਾਲ ਜਿਹੜੀ ਮੈਂ ਤੁਹਾਨੂੰ ਇਹਦੇ ਵਿੱਚ ਹੋਰ ਚੀਜ਼ਾਂ ਪਾਉਣ ਵਾਸਤੇ ਦੱਸਾਂਗੀ ਉਹ ਵੀ ਬਹੁਤ ਹੀ, ਸਿਰਫ ਇੱਕ ਚੀਜ਼ ਤੁਸੀਂ ਸ਼ਾਮਿਲ ਕਰਨੀ ਆ। ਇੱਕ ਤਾਂ ਨਾਰਮਲ ਚੀਨੀ ਸ਼ਾਮਿਲ ਕਰਨੀ ਆ ਆਪਾਂ ਵੀ ਮਿੱਠੇ ਵਾਸਤੇ। ਕੁਛ ਲੋਕਾਂ ਕੋਲ ਫਿਰ ਇਸ ਤਰ੍ਹਾਂ ਫਿੱਕੀ ਚੀਜ਼ ਨਹੀਂ ਖਾ ਪੀ ਹੁੰਦੀ, ਕੁਛ ਲੋਕ ਆਦੀ ਹੋਏ ਹੁੰਦੇ ਆ, ਉਹ ਫਿਰ ਚੀਨੀ ਤੋਂ ਬਗੈਰ ਵੀ ਇਸਤੇਮਾਲ ਕਰ ਲੈਂਦੇ। ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਜਿਹੜਾ ਵਾ ਸ਼ਹਿਦ ਦਾ ਇਸਤੇਮਾਲ ਵੀ ਕਰ ਸਕਦੇ ਹੋ ਜਾਂ ਚੀਨੀ ਦਾ ਇਸਤੇਮਾਲ ਕਰ ਲਓ। ਜਿਹੜੇ ਸ਼ੂਗਰ ਦੇ ਪੇਸ਼ੈਂਟ ਆ ਉਹ ਇਹਦੇ ਵਿੱਚ ਜਿਹੜਾ ਵਾ ਆਰਟੀਫਿਸ਼ੀਅਲ ਸਵੀਟਨਰ ਦਾ ਵੀ ਇਸਤੇਮਾਲ ਕਰ ਸਕਦੇ ਆ, ਕੋਈ ਇਸ਼ੂ ਨਹੀਂ ਹੈਗਾ। ਲੇਕਿਨ ਜਿਹੜੀ ਰੈਮਡੀ ਹੈ ਇਹ ਬਹੁਤ ਹੀ ਜ਼ਬਰਦਸਤ ਆ। ਇਹਨੂੰ ਤੁਸੀਂ ਇਸਤੇਮਾਲ ਕਿਸ ਤਰ੍ਹਾਂ ਕਰਨਾ ਵਾ, ਜੇ ਤਾਂ ਤੁਸੀਂ ਕਬਜ਼ ਵਾਸਤੇ ਇਸਤੇਮਾਲ ਕਰਨਾ ਵਾ ਤਾਂ ਤੁਸੀਂ ਇਹਨੂੰ ਸੁਬਹ ਖਾਲੀ ਪੇਟ ਜੇ ਲਵੋਗੇ ਤਾਂ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਏਗਾ। ਅਤੇ ਜੇ ਸੁਬਹ ਖਾਲੀ ਪੇਟ ਤੁਸੀਂ ਨਹੀਂ ਲੈ ਸਕਦੇ ਤਾਂ ਫਿਰ ਰਾਤ ਨੂੰ ਲੈ ਲਵੋ ਸੌਣ ਲੱਗੇ। ਅਤੇ ਲੇਕਿਨ ਇਹ ਵਾ ਕਿ ਜੇ ਤੁਸੀਂ ਸੁਬਹ ਲਵੋਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਹੋਏਗਾ। ਅਤੇ ਇਸ ਰੈਮਡੀ ਨੂੰ ਇਸਤੇਮਾਲ ਕਰਦਿਆਂ ਹੋਇਆਂ ਤੁਸੀਂ ਇਹਦੇ ਵਾਸਤੇ ਜਿਹੜੇ ਇਹਤਿਆਤ ਕਰਨਾ ਵਾ ਕਿ ਜਦੋਂ ਤੁਸੀਂ ਇਹਨੂੰ ਇਸਤੇਮਾਲ ਕਰ ਲਿਆ ਤਾਂ ਇਹਦੇ ਉੱਪਰੋਂ ਤੁਸੀਂ ਫਿਰ ਠੰਡਾ ਪਾਣੀ ਨਹੀਂ ਪੀਣਾ, ਤਾਜ਼ਾ ਪਾਣੀ ਵੀ 2-3 ਘੰਟੇ ਤੱਕ ਤੁਸੀਂ ਨਹੀਂ ਇਸਤੇਮਾਲ ਕਰਨਾ। ਅਤੇ ਫਿਰ ਤੁਸੀਂ ਜੇ ਰਾਤ ਨੂੰ ਚਾਹੋ ਤਾਂ ਰਾਤ ਨੂੰ ਇਸਤੇਮਾਲ ਕਰ ਸਕਦੇ ਹੋ ਵੀ ਇਹ ਰੈਮਡੀ ਰਾਤ ਨੂੰ ਲੈ ਲਓ। ਫਿਰ ਸਾਰੀ ਰਾਤ ਤੇ ਪਿਆਸ ਨਹੀਂ ਲੱਗਦੀ ਅਤੇ ਇਨਸਾਨ ਪਾਣੀ ਨਹੀਂ ਪੀਂਦਾ ਅਤੇ ਸੁਬਹ ਤੱਕ ਜਿਹੜਾ ਵਾ ਇਹਦਾ ਅਸਰ ਹੋ ਜਾਏਗਾ। ਅਤੇ ਜੇ ਤੁਸੀਂ ਸੁਬਹ ਦਿਨ 'ਚ ਲੈ ਰਹੇ ਹੋ ਤਾਂ ਫਿਰ ਕੋਈ ਨਾ ਕੋਈ ਚੀਜ਼ ਖਾਣੀ ਪੀਣੀ ਪੈਂਦੀ ਆ, ਅਤੇ ਇਸ ਲਈ ਤੁਸੀਂ ਜੇ ਕੋਈ ਚੀਜ਼ ਖਾਣੀ ਹੈ ਤਾਂ ਘੰਟੇ 1.5 ਘੰਟੇ ਤੋਂ ਬਾਅਦ ਖਾਈਓ, ਅਤੇ ਉਹ ਵੀ ਪਹਿਲੇ ਤੁਸੀਂ ਕੋਈ ਚੀਜ਼ ਖਾਣ ਵਾਲੀ ਖਾ ਕੇ ਫਿਰ ਪਾਣੀ ਵਗੈਰਾ ਪੀਓ। ਅਤੇ ਨਹੀਂ ਤਾਂ ਤੁਹਾਡਾ ਗਲਾ ਵਗੈਰਾ ਖ਼ਰਾਬ ਹੋਣ ਦਾ ਖਤਰਾ ਹੋਏਗਾ, ਹੋਰ ਤਾਂ ਇਹਦਾ ਕੋਈ ਮਸਲਾ ਨਹੀਂ। ਇਸ ਲਈ ਰਾਤ ਨੂੰ ਕਿਹਾ ਜਾਂਦਾ ਵਾ ਕਿ ਰਾਤ ਨੂੰ ਤੁਸੀਂ ਇਹਨੂੰ ਪੀ ਕੇ ਸੋ ਜਾਓ ਤਾਂ ਕਿ ਸੁਬਹ ਤੱਕ ਜਿਹੜਾ ਵਾ ਫਿਰ ਰਾਤ ਦੇ ਵਿੱਚ ਲੋਕ ਨਹੀਂ, ਕੋਈ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਿਆਸ ਵਗੈਰਾ ਲੱਗਦੀ, ਅਤੇ ਇਸ ਲਈ ਉਹ ਪੀ ਕੇ ਸੋ ਜਾਂਦੇ ਆ ਅਤੇ ਸੁਬਹ ਤੱਕ ਰੈਮਡੀ ਆਪਣਾ ਅਸਰ ਕਰ ਦਿੰਦੀ ਆ। ਲੇਕਿਨ ਪੇਟ ਦੇ ਨਿਚਲੇ ਹਿੱਸਿਆਂ ਦਾ ਜੇ ਮਸਲੇ ਵਾਸਤੇ ਆਪਾਂ ਇਸ ਰੈਮਡੀ ਨੂੰ ਇਸਤੇਮਾਲ ਕਰਨਾ ਹੈ ਤਾਂ ਉਹਦਾ ਅਸਲ ਵਕਤ ਜਿਹੜਾ ਉਹ ਸੁਬਹ ਦਾ ਹੀ ਆ। ਬਾਕੀ ਤੁਸੀਂ ਆਪਣੇ ਹਿਸਾਬ ਨਾਲ ਸੁਬਹ ਜਾਂ ਸ਼ਾਮ ਜਦੋਂ ਵੀ ਤੁਸੀਂ ਲੈਣਾ ਚਾਹੋ ਇਹਨੂੰ ਲੈ ਸਕਦੇ ਹੋ। ਚਲੋ ਹੁਣ ਦੇਖਦੇ ਹਾਂ ਕਿ ਆਪਾਂ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਵਾ। ਦੁੱਧ ਗਰਮ ਹੋ ਜਾਵੇ ਅੱਛੇ ਤਰੀਕੇ ਦੇ ਨਾਲ ਅਤੇ ਫਿਰ ਇਹਦੇ ਵਿੱਚ ਆਪਾਂ ਚੀਨੀ ਸ਼ਾਮਿਲ ਕਰਾਂਗੇ। ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਦੁੱਧ ਦੇ ਵਿੱਚ ਥੋੜ੍ਹੇ ਜਿਹੇ ਬਬਲਸ ਆਉਣ ਲੱਗ ਪਏ ਆ, ਅਤੇ ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਇੱਕ ਦਫਾ ਇਸ ਤਰ੍ਹਾਂ ਇਹਨੂੰ ਫੈਂਟੀ ਲਾ ਲਾਂਗੇ ਥੋੜ੍ਹੀ ਜਿਹੀ। ਚੀਨੀ ਸ਼ਾਮਿਲ ਕਰ ਦਿਆਂਗੇ 1 ਚਮਚ। ਮੇਰੇ ਕੋਲ ਸੂਪ ਵਾਲਾ ਚਮਚ ਆ ਅਤੇ ਮੈਂ ਉਹਦੇ ਨਾਲ ਹੀ ਚੀਨੀ ਇਹਦੇ ਵਿੱਚ ਸ਼ਾਮਿਲ ਕਰਦੀ। ਜੇ ਤੁਸੀਂ ਟੇਬਲ ਸਪੂਨ ਪਾਉਂਦੇ ਤਕਰੀਬਨ 1.5 ਟੇਬਲ ਸਪੂਨ ਹੋ ਜਾਏਗਾ। ਅਤੇ ਇਹਨੂੰ ਚੀਨੀ ਨੂੰ ਹੱਲ ਕਰ ਲਾਂਗੇ, ਥੋੜ੍ਹਾ ਜਿਹਾ ਇਹਨੂੰ ਫੈਂਟ ਲਾਂਗੇ। ਦੁੱਧ ਨੀਮ ਗਰਮ ਤੋਂ ਥੋੜ੍ਹਾ ਜ਼ਿਆਦਾ ਗਰਮ ਹੋਣਾ ਚਾਹੀਦਾ ਵਾ। ਬਸ ਤੁਸੀਂ ਇਹ ਕੋਸ਼ਿਸ਼ ਕਰਨੀ ਆ ਕਿ ਜੇ ਤੁਸੀਂ ਦਿਨ ਵਿੱਚ ਪੀ ਰਹੇ ਹੋ
ਤੇ ਉਸ ਤੋਂ ਘੰਟੇ ਡੇਢ ਘੰਟੇ ਤੱਕ ਤੁਸੀਂ ਕੋਈ ਚੀਜ਼ ਨਹੀਂ ਖਾਣੀ ਪੀਣੀ। ਤੇ ਰਾਤ ਨੂੰ ਜੇ ਪੀ ਰਹੇ ਹੋ ਤਾਂ ਫਿਰ ਤਾਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੋਏਗੀ ਵੀ ਕੋਈ ਚੀਜ਼ ਖਾਣੀ ਪੀਣੀ, ਕੋਈ ਪਰਹੇਜ਼ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਪੀ ਕੇ ਤੁਸੀਂ ਸੋ ਜਾਣਾ ਵਾ। ਤੇ ਇਹ 1 ਚਮਚ ਫੁੱਲ ਭਰ ਕੇ ਇਹਦੇ ਵਿੱਚ ਆਪਾਂ ਦੇਸੀ ਘੀ ਸ਼ਾਮਿਲ ਕਰ ਦਿੱਤਾ ਵਾ। ਤੇ ਦੇਸੀ ਘੀ ਵੀ ਇਹ ਗਾਏ ਦੇ ਦੁੱਧ ਦਾ ਵਾ। ਗਾਏ ਦੇ ਦੁੱਧ ਦਾ ਦੇਸੀ ਘੀ ਤੁਹਾਨੂੰ ਮਿਲ ਜਾਵੇ ਤਾਂ ਬਹੁਤ ਹੀ ਅੱਛਾ ਹੈ ਭੈਂਸ ਦੇ ਘੀ ਨਾਲੋਂ। ਤੇ ਹੁਣ ਇਹਨੂੰ ਆਪਾਂ ਥੋੜ੍ਹਾ ਜਿਹਾ ਹੋਰ ਇਹਨੂੰ ਫੈਂਟ ਕੇ ਪਕਾਵਾਂਗੇ ਤਾਂ ਕਿ ਘੀ ਜਿਹੜਾ ਵਾ ਇਹਦੇ ਵਿੱਚ ਹੀ ਮਿਕਸ ਹੋ ਜਾਵੇ ਤੇ ਆਸਾਨੀ ਦੇ ਨਾਲ ਤੁਸੀਂ ਇਹਨੂੰ ਪੀ ਸਕੋ। ਜਦੋਂ ਇਹਨੂੰ ਤੁਸੀਂ ਫੈਂਟੀ ਲਾਓਗੇ ਤੇ ਇਹ ਜ਼ਰਾ ਨਾ ਅੱਛੇ ਤਰੀਕੇ ਨਾਲ ਇਹਦਾ ਇੱਕ ਟੇਸਟ ਵੀ ਬਣ ਜਾਂਦਾ ਵਾ ਤੇ ਘੀ ਸਾਰੇ ਦੁੱਧ ਦੇ ਵਿੱਚ ਜਿਹੜਾ ਵਾ ਅੱਛੇ ਤਰੀਕੇ ਦੇ ਨਾਲ ਜਜ਼ਬ ਹੋ ਜਾਂਦਾ ਵਾ, ਯਾਨੀ ਕਿ ਮਿਕਸ ਅਪ ਹੋ ਜਾਂਦਾ ਵਾ। ਤੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਇਹਦੇ ਨਾਲ ਤੁਹਾਡੀ ਸਕਿਨ ਜਿਹੜੀ ਆ ਉਹ ਬਹੁਤ ਜ਼ਬਰਦਸਤ ਗਲੋ ਕਰੇਗੀ, ਤੁਹਾਡੇ ਪੱਠਿਆਂ ਦਾ ਦਰਦ ਖਤਮ ਹੋ ਜਾਏਗਾ। ਫਿਰ ਜਿਹੜੇ ਤੁਹਾਡੇ ਹੱਡੀਆਂ 'ਚ ਦਰਦ ਹੁੰਦਾ ਵਾ ਉਹ ਵੀ ਬਹੁਤ ਹੱਦ ਤੱਕ ਇਹਦੇ ਨਾਲ ਖਤਮ ਹੋ ਜਾਏਗਾ। ਤੇ ਤੁਸੀਂ ਜ਼ਰੂਰ ਇਸ ਰੈਮੇਡੀ ਨੂੰ ਜਿਹੜਾ ਵਾ ਟਰਾਈ ਕਰਿਓ। ਤੁਹਾਡਾ ਪੇਟ ਨਰਮ ਰਹੇਗਾ ਇਹਦੇ ਨਾਲ, ਕਿਉਂਕਿ ਕਬਜ਼ ਨੂੰ ਜਿਹੜਾ ਵਾ ਬਿਮਾਰੀਆਂ ਦੀ ਮਾਂ ਕਿਹਾ ਜਾਂਦਾ ਵਾ। ਤੇ ਇਸ ਲਈ ਕਬਜ਼ ਜਿਹੜੀ ਆ ਉਹ ਕਦੀ ਵੀ ਕਿਸੇ ਵੀ ਸੂਰਤ 'ਚ ਨਾ ਹੋਣ ਦਿਆ ਕਰੋ। ਤੇ ਕਬਜ਼ ਵਾਸਤੇ ਬਹੁਤ ਅੱਛੀ ਚੀਜ਼ ਆ। ਤੁਹਾਡਾ ਪੇਟ ਸਾਫ਼ ਰਹੇਗਾ, ਨਰਮ ਰਹੇਗਾ ਤੇ ਤੁਹਾਨੂੰ ਹੈਵੀਪਨ ਵੀ ਮਹਿਸੂਸ ਨਹੀਂ ਹੋਏਗਾ। ਮਿਲਦੇ ਕਿਸੇ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਅੱਲਾ ਹਾਫਿਜ਼।